हाँ जी, स्वागत है ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੌਬ ਅਲਰਟ ਤੇ। ਸੋ ਮਾਸਟਰ ਕੇਡਰ ਹਿਸਟਰੀ ਆਪਾਂ ਸਟਾਰਟ ਕਰੀ ਹੋਈ ਹੈ। ਮੱਧਕਾਲੀਨ ਭਾਰਤ ਦਾ ਇਤਿਹਾਸ ਆਪਾਂ ਜਿਹੜੀ ਹਿਸਟਰੀ ਦਾ ਅਗਲਾ ਸੈਕੰਡ ਭਾਗ ਹੈ ਉਹ ਕਰ ਰਹੇ ਹਾਂ। ਸੋ ਏਸ਼ੀਅਨ ਹਿਸਟਰੀ ਪਹਿਲਾਂ ਕੰਪਲੀਟ ਹੋ ਚੁੱਕੀ ਹੈ ਤੇ ਆਪਣਾ ਤੀਸਰਾ ਜਿਹੜਾ ਲੈਕਚਰ ਹੈ ਅਗਲਾ ਆਪਣਾ ਟੌਪਿਕ ਹੈ ਮੁਹੰਮਦ ਗੌਰੀ। ਸੋ ਇਸ ਨਾਲ ਸੰਬੰਧਿਤ ਜਿੰਨੇ ਵੀ MCQ ਪ੍ਰਸ਼ਨ ਉੱਤਰ ਬਣਦੇ ਨੇ ਉਹ ਤੁਹਾਨੂੰ ਪ੍ਰੋਵਾਈਡ ਕਰਾਂਗੇ। ਸੋ ਜਿਨ੍ਹਾਂ ਨੇ ਹਜੇ ਤੱਕ ਪਹਿਲਾਂ ਵਾਲੇ ਭਾਗ ਰੀਡ ਨਹੀਂ ਕੀਤੇ ਤਾਂ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਜਾਂ ਫਿਰ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਤੁਹਾਨੂੰ ਲਿੰਕ ਹੈ ਜਿਹੜਾ ਮਿਲ ਜਾਏਗਾ, ਤਾਂ ਉੱਥੇ ਜਾ ਕੇ ਇਸ ਤੋਂ ਪਹਿਲਾਂ ਵਾਲੇ ਭਾਗ ਰੀਡ ਕਰ ਸਕਦੇ ਹੋ। ਤਾਂ ਸਟਾਰਟ ਕਰਦੇ ਹਾਂ ਜੀ ਅਗਲੇ ਟੌਪਿਕ ਤੇ ਅਗਲੇ MCQ ਪ੍ਰਸ਼ਨ ਉੱਤਰ। ਤਾਂ ਆਪਣਾ ਅਗਲਾ ਟੌਪਿਕ ਹੈ ਜਿਹੜਾ ਮੁਹੰਮਦ ਗੌਰੀ ਸ਼ਾਸਕ ਹੋਇਆ। ਤਾਂ ਪ੍ਰਸ਼ਨ ਨੰਬਰ 47 ਤੋਂ ਆਪਾਂ ਸਟਾਰਟ ਕਰਾਂਗੇ। ਸੋ ਮੁਹੰਮਦ ਗੌਰੀ ਦਾ ਪੂਰਾ ਨਾਮ ਕੀ ਸੀਗਾ? ਗਿਆਸੁਦੀਨ ਮੁਹੰਮਦ ਗੌਰੀ, ਰੁਕਨਦੀਨ ਮੁਹੰਮਦ ਗੌਰੀ, ਸ਼ਹਾਬੁਦੀਨ ਮੁਹੰਮਦ ਗੌਰੀ ਜਾਂ ਸੁਲਤਾਨ ਮੁਹੰਮਦ ਗੌਰੀ। ਤਾਂ ਮੁਹੰਮਦ ਗੌਰੀ ਦਾ ਜਿਹੜਾ ਪੂਰਾ ਨਾਮ ਸੀਗਾ ਸ਼ਹਾਬੁਦੀਨ ਮੁਹੰਮਦ ਗੌਰੀ ਸੀ। ਆਪਸ਼ਨ ਡੀ ਰਾਈਟ ਆਨਸਰ ਆਏਗਾ। ਗਜਨਵੀ ਵੰਸ਼ ਦਾ ਖਾਤਮਾ 1173 ਦੇ ਵਿੱਚ ਕਿਸ ਨੇ ਕੀਤਾ? ਜਾਂ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਜੋ ਗਜਨਵੀ ਵੰਸ਼ ਸੀ ਇਹਦਾ ਖਾਤਮਾ ਕਦੋਂ ਹੋਇਆ ਸੀ, ਕਿਹੜੇ ਈਅਰ ਦੇ ਵਿੱਚ ਹੋਇਆ ਸੀ? ਤਾਂ 1173 ਦੇ ਵਿੱਚ ਹੋਇਆ ਸੀ। ਕਿਸ ਨੇ ਕੀਤਾ ਸੀ? ਕਿਹੜਾ ਸ਼ਾਸਕ ਸੀਗਾ? ਮੁਹੰਮਦ ਗੌਰੀ, ਕੁਤਬਦੀਨ ਐਬਕ, ਗਿਆਸੁਦੀਨ ਜਾਂ ਸੁਬਕਤਗੀਨ। ਤਾਂ ਗਜਨਵੀ ਵੰਸ਼ ਦਾ ਜਿਹੜਾ ਖਾਤਮਾ ਹੈ 1173 ਦੇ ਵਿੱਚ ਗਿਆਸੁਦੀਨ ਨੇ ਕੀਤਾ ਸੀਗਾ। ਆਪਸ਼ਨ ਡੀ ਰਾਈਟ ਆਨਸਰ ਆਏਗਾ। ਮੁਹੰਮਦ ਗੌਰੀ ਦਾ ਸ਼ਾਸਨ ਕਾਲ ਕੀ ਸੀਗਾ? ਕਿੰਨੇ ਈਅਰ ਤੋਂ ਕਿੰਨੇ ਤੱਕ ਉਸਨੇ ਸ਼ਾਸਨ ਕੀਤਾ ਸੀਗਾ? 1175 ਤੋਂ 1205 ਜਾਂ 1175 ਤੋਂ 1210, 1175 ਤੋਂ 1214 ਜਾਂ ਫਿਰ 1201 ਤੱਕ। ਤਾਂ ਮੁਹੰਮਦ ਗੌਰੀ ਦੇ ਸ਼ਾਸਨ ਕਰਨ ਦਾ ਜਿਹੜਾ ਸਮਾਂ ਸੀ ਉਹ 1175 ਤੋਂ 1205 ਈਸਵੀ ਤੱਕ ਸੀਗਾ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅੱਗੇ ਸਾਰਨੀ ਹੈ ਜੀ, ਜਿੱਤਾਂ ਦਾ ਮਿਲਾਨ ਕਰਨਾ ਹੈ। ਮੁਹੰਮਦ ਗੌਰੀ ਨੇ ਜਿਹੜੀਆਂ ਜਿੱਤਾਂ ਜਿੱਤੀਆਂ ਸੀਗੀਆਂ, ਇੱਕ ਪਾਸੇ ਸਟੇਟਾਂ ਦੀਆਂ ਜਿੱਤਾਂ ਦੇ ਨਾਮ ਨੇ, ਇੱਕ ਪਾਸੇ ਈਅਰਸ ਨੇ। ਤਾਂ ਪਹਿਲਾਂ ਪੰਜਾਬ ਦੀ ਜਿੱਤ ਹੈ, ਇਹ ਕਦੋਂ ਪ੍ਰਾਪਤ ਕੀਤੀ ਸੀ ਇਸ ਨੇ ਪੰਜਾਬ ਦੀ ਜਿੱਤ ਹੈ ਜਿਹੜੀ? ਤਾਂ ਇਹ ਕੀਤੀ ਸੀ ਜੀ 1186 ਦੇ ਵਿੱਚ। ਤਾਂ ਫਿਰ ਮੁਲਤਾਨ ਦੀ ਜਿੱਤ ਹੈ, ਇਹ ਆ ਗਈ ਸੀ ਜੀ 1175 ਦੇ ਵਿੱਚ। ਅਨਹਿਲਵਾੜਾ ਦੀ ਜਿੱਤ ਹੈ ਤਾਂ ਇਹ ਆ ਗਈ 1178 ਦੇ ਵਿੱਚ। ਅਤੇ ਕਨੌਜ ਦੀ ਜਿੱਤ ਹੈ ਇਹ ਆ ਗਈ 1194 ਦੇ ਵਿੱਚ। ਤਾਂ ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਤਾਂ ਕਈ ਵਾਰ ਇਸ ਤਰ੍ਹਾਂ ਸਾਰਨੀ ਦੇ ਵਿੱਚ ਕੁਐਸਚਨ ਹੀ ਪੁੱਛੇ ਜਾਂਦੇ ਆ। ਤਰਾਇਨ ਦੀ ਪਹਿਲੀ ਲੜਾਈ 1191 ਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਨੇ ਕਿਸ ਤੁਰਕ ਸ਼ਾਸਕ ਨੂੰ ਹਰਾਇਆ ਸੀ? ਸੋ ਤਰਾਇਨ ਦੀ ਪਹਿਲੀ ਲੜਾਈ ਕਦੋਂ ਹੋਈ ਸੀ ਇਹ ਪੁੱਛਿਆ ਸਕਦਾ। 1191 ਦੇ ਵਿੱਚ। ਇੱਕ ਸ਼ਾਸਕ ਸੀਗਾ ਪ੍ਰਿਥਵੀ ਰਾਜ ਚੌਹਾਨ, ਅਤੇ ਇਸ ਨੇ ਦੂਸਰਾ ਹੋਰ ਕਿਹੜਾ ਸ਼ਾਸਕ ਸੀਗਾ ਕਿਹੜੇ ਨੂੰ ਹਰਾਇਆ ਸੀ? ਮੁਹੰਮਦ ਗੌਰੀ, ਮਹਿਮੂਦ ਗਜਨਵੀ, ਗਿਆਸੁਦੀਨ ਜਾਂ ਸੁਬਕਤਗੀਨ ਨੂੰ। ਤਾਂ ਪ੍ਰਿਥਵੀ ਰਾਜ ਚੌਹਾਨ ਨੇ ਜਿਹੜਾ ਮੁਹੰਮਦ ਗੌਰੀ ਨੂੰ ਹਰਾਇਆ ਸੀਗਾ। ਤਰਾਇਨ ਦੀ ਪਹਿਲੀ ਲੜਾਈ 1191 ਪ੍ਰਿਥਵੀ ਰਾਜ ਚੌਹਾਨ ਅਤੇ ਮੁਹੰਮਦ ਗੌਰੀ ਦੇ ਵਿਚਕਾਰ ਹੋਈ ਸੀ, ਅਤੇ ਇਹਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਦੀ ਜਿਹੜੀ ਜਿੱਤ ਹੋਈ ਸੀ ਅਤੇ ਮੁਹੰਮਦ ਗੌਰੀ ਸੀ ਜਿਹੜਾ ਹਾਰ ਗਿਆ ਸੀ। ਸੋ ਤਰਾਇਨ ਦੀਆਂ 3 ਲੜਾਈਆਂ ਹੋਈਆਂ ਸੀ। ਇਹਨਾਂ 'ਚੋਂ ਕਿਸੇ ਦੇ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ, ਆਉਂਦਾ ਹੀ ਆਉਂਦਾ ਹੁੰਦਾ ਐਗਜ਼ਾਮ ਦੇ ਵਿੱਚ। ਤਾਂ ਅੱਗੇ ਤਰਾਇਨ ਦੀ ਦੂਜੀ ਲੜਾਈ 1192 ਦੇ ਵਿੱਚ ਹੋਈ ਸੀ। ਇਹਦੇ ਵਿੱਚ ਕੌਣ ਜਿੱਤਿਆ ਸੀ? ਮੁਹੰਮਦ ਗੌਰੀ, ਮਹਿਮੂਦ ਗਜਨਵੀ, ਗਿਆਸੁਦੀਨ ਜਾਂ ਪ੍ਰਿਥਵੀ ਰਾਜ ਚੌਹਾਨ। ਤਾਂ ਦੂਜੀ ਲੜਾਈ ਅਗਲੇ ਸਾਲ ਹੋਈ ਸੀ, ਪਹਿਲੀ 1191 ਦੇ ਵਿੱਚ। ਇਹਦੇ ਵਿੱਚ ਮੁਹੰਮਦ ਗੌਰੀ ਹਾਰ ਗਿਆ ਸੀ। ਤਾਂ ਦੂਜੀ ਲੜਾਈ 1192 ਦੇ ਵਿੱਚ ਹੋਈ ਸੀ, ਤਾਂ ਇਹਦੇ ਵਿੱਚ ਮੁਹੰਮਦ ਗੌਰੀ ਸੀ ਜਿਹੜਾ ਜਿੱਤ ਗਿਆ ਸੀ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਮੁਹੰਮਦ ਗੌਰੀ ਨੇ ਰਾਜਾ ਜੈ ਚੰਦ ਨੂੰ ਕਿਸ ਲੜਾਈ ਦੇ ਵਿੱਚ ਹਰਾਇਆ ਸੀ? ਚਾਂਦਵਾੜ, ਆਗਰਾ, ਦਿੱਲੀ ਜਾਂ ਫਿਰ ਸਿੰਧ ਦੀ ਲੜਾਈ ਦੇ ਵਿੱਚ। ਤਾਂ ਮੁਹੰਮਦ ਗੌਰੀ ਨੇ ਜੋ ਰਾਜਾ ਜੈ ਚੰਦ ਹੋਇਆ ਤਾਂ ਇਸ ਨੂੰ ਚਾਂਦਵਾੜ ਦੀ ਲੜਾਈ ਦੇ ਵਿੱਚ ਜਿਹੜਾ ਹਰਾਇਆ ਸੀ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਮੁਹੰਮਦ ਗੌਰੀ ਨੂੰ 15 ਮਾਰਚ 1206 ਈਸਵੀ ਵਿੱਚ ਕਿਹਨਾਂ ਨੇ ਜਿਹੜਾ ਕਤਲ ਕੀਤਾ ਸੀ? ਮੰਗੋਲਾਂ ਨੇ, ਤੁਰਕਾਂ ਨੇ, ਰਾਜਪੂਤਾਂ ਨੇ ਜਾਂ ਖੋਖਰਾਂ ਨੇ। ਤਾਂ ਮੁਹੰਮਦ ਗੌਰੀ ਨੂੰ 15 ਮਾਰਚ 1206 ਈਸਵੀ ਦੇ ਵਿੱਚ ਜਿਹੜਾ ਖੋਖਰਾਂ ਨੇ ਜਿਹੜਾ ਕਤਲ ਕੀਤਾ ਸੀਗਾ, ਮਾਰ ਦਿੱਤਾ ਸੀਗਾ।
ਆਪਸ਼ਨ ਸੱਸਾ ਰਾਈਟ ਆਨਸਰ ਆਏਗਾ। ਮੁਹੰਮਦ ਗੌਰੀ ਦੇ ਸਰੀਰ ਨੂੰ ਕਿੱਥੇ ਦਫਨਾਇਆ ਗਿਆ ਸੀ? ਗਜ਼ਨੀ, ਲਾਹੌਰ, ਦਿੱਲੀ ਜਾਂ ਫਿਰ ਮੁਲਤਾਨ ਦੇ ਵਿੱਚ। ਤਾਂ ਮੁਹੰਮਦ ਗੌਰੀ ਦੇ ਸਰੀਰ ਨੂੰ ਹੈ ਜਿਹੜਾ ਗਜ਼ਨੀ ਦੇ ਵਿੱਚ ਦਫਨਾਇਆ ਗਿਆ ਸੀ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਪ੍ਰਿਥਵੀ ਰਾਜ ਚੌਹਾਨ ਦੇ ਦਰਬਾਰੀ ਕਵੀ ਚਾਂਦ ਬਰਦਾਈ ਦੀ ਪੁਸਤਕ ਦਾ ਕੀ ਨਾਮ ਸੀ? ਸੋ ਇਹਦੇ ਵਿੱਚ ਵੀ 2 ਕੁਐਸਚਨ ਬਣਦੇ ਆ। ਪ੍ਰਿਥਵੀ ਰਾਜ ਚੌਹਾਨ ਦਾ ਦਰਬਾਰੀ ਕਵੀ ਕੌਣ ਸੀਗਾ? ਤਾਂ ਉਹ ਆ ਜਾਏਗਾ ਜੀ ਚਾਂਦ ਬਰਦਾਈ। ਅਤੇ ਚਾਂਦ ਬਰਦਾਈ ਦੀ ਪੁਸਤਕ ਦਾ ਨਾਮ ਇਹਨਾਂ ਨੇ ਇਸ ਕੁਐਸਚਨ ਦੇ ਵਿੱਚ ਪੁੱਛਿਆ ਗਿਆ। ਪ੍ਰਿਥਵੀ ਰਾਜ ਰਾਸੋ, ਰਾਏ ਚੌਹਾਨ, ਪ੍ਰਿਥਵੀ ਰਾਜ ਚੌਹਾਨ ਜਾਂ ਰਾਏ ਰਾਜ ਰਾਸੋ। ਤਾਂ ਚਾਂਦ ਬਰਦਾਈ ਦੀ ਪੁਸਤਕ ਦਾ ਜਿਹੜਾ ਨਾਮ ਸੀਗਾ ਪ੍ਰਿਥਵੀ ਰਾਜ ਰਾਸੋ ਸੀ। ਅਤੇ ਪ੍ਰਿਥਵੀ ਰਾਜ ਚੌਹਾਨ ਦੇ ਦਰਬਾਰ ਦੇ ਵਿੱਚ ਚਾਂਦ ਬਰਦਾਈ ਕਵੀ ਸੀ। ਸੋ 2 ਸ਼ਬਦ ਹੈ ਜਿਹੜੇ ਪ੍ਰਿਥਵੀ ਰਾਜ ਅੱਗੇ ਰਾਸੋ, ਤਾਂ ਇੱਥੋਂ ਜ਼ਰੂਰ ਯਾਦ ਰੱਖ ਲਿਓ। ਪ੍ਰਿਥਵੀ ਰਾਜ ਰਾਸੋ ਚਾਂਦ ਬਰਦਾਈ ਦੀ ਪੁਸਤਕ ਦਾ ਨਾਮ ਸੀਗਾ। ਅਤੇ ਚਾਂਦ ਬਰਦਾਈ ਸੀ ਜਿਹੜਾ ਪ੍ਰਿਥਵੀ ਰਾਜ ਚੌਹਾਨ ਦਾ ਦਰਬਾਰੀ ਕਵੀ ਸੀਗਾ। ਜਾਂ ਇਹ ਵੀ ਪੁੱਛ ਲਿਆ ਜਾਂਦਾ ਕਿ ਚਾਂਦ ਬਰਦਾਈ ਕੌਣ ਸੀ? ਇੱਕ ਕਵੀ ਸੀ, ਇੱਕ ਲੇਖਕ ਸੀ। 2 ਆਪਸ਼ਨਾਂ ਹੋਰ ਦੇ ਦਿੱਤੀਆਂ ਜਾਣਗੀਆਂ। ਤਾਂ ਇਹ ਕਵੀ ਸੀਗਾ ਪ੍ਰਿਥਵੀ ਰਾਜ ਚੌਹਾਨ ਦੇ ਦਰਬਾਰ ਦੇ ਵਿੱਚ। ਅਗਲਾ ਪ੍ਰਸ਼ਨ ਹੈ ਭਾਰਤ ਉੱਤੇ ਹਮਲਾ ਕਰਨ ਵਾਲਾ ਪਹਿਲਾ ਮੁਸਲਿਮ ਸ਼ਾਸਕ ਕੌਣ ਸੀ? ਮਹਿਮੂਦ ਗਜਨਵੀ, ਮੁਹੰਮਦ ਗੌਰੀ, ਮੁਹੰਮਦ ਬਿਨ ਕਾਸਿਮ ਜਾਂ ਇਲਤੁਤਮਿਸ। ਤਾਂ ਭਾਰਤ 'ਤੇ ਹਮਲਾ ਕਰਨ ਵਾਲਾ ਪਹਿਲਾ ਮੁਸਲਿਮ ਸ਼ਾਸਕ ਸੀ ਜਿਹੜਾ ਉਹ ਮੁਹੰਮਦ ਗੌਰੀ ਸੀ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਦਿੱਲੀ ਸਲਤਨਤ ਦਾ ਸ਼ਾਸਨਕਾਲ ਕੀ ਸੀਗਾ? 997 ਤੋਂ 1526, 1206 ਤੋਂ 1526, 997 ਤੋਂ 1761 ਜਾਂ 1210 ਤੋਂ 1526। ਤਾਂ ਦਿੱਲੀ ਸਲਤਨਤ ਸੀ ਜਿਹੜੀ ਇਹਦਾ ਜਿਹੜਾ ਸ਼ਾਸਨਕਾਲ ਸੀਗਾ 1206 ਤੋਂ 1526 ਈਸਵੀ ਸੀਗਾ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅੱਗੇ ਸਹੀ ਮਿਲਾਨ ਕਰਨੇ ਹੈ, ਨੀਚੇ ਸਾਰਨੀ ਦੇ ਹਿਸਾਬ ਨਾਲ ਆਨਸਰ ਦੇਣੇ ਹੈ। ਤਾਂ ਇੱਕ ਪਾਸੇ ਵੰਸ਼ ਦਿੱਤੇ ਗਏ ਹੈ ਤੇ ਦੂਜੇ ਪਾਸੇ ਉਹਨਾਂ ਦਾ ਸਮਾਂ ਈਅਰ ਸ਼ਾਸਨਕਾਲ ਦਿੱਤਾ ਗਿਆ ਹੈ। ਜਿਵੇਂ ਪਹਿਲਾ ਦਾਸ ਵੰਸ਼ ਸੀਗਾ, ਇਹ ਕਿੰਨੇ ਤੋਂ ਕਿੰਨੇ ਸਮੇਂ ਤੱਕ ਰਿਹਾ ਸੀਗਾ? ਤਾਂ ਇਹ ਰਿਹਾ ਸੀਗਾ ਜੀ 1206 ਤੋਂ 1290 ਤੱਕ। ਤਾਂ ਅੱਗੇ ਖਿਲਜੀ ਵੰਸ਼ ਆ ਗਿਆ, ਤਾਂ ਇਹ ਰਿਹਾ ਸੀਗਾ ਜੀ 1290 ਤੋਂ 1320 ਤੱਕ। ਅੱਗੇ ਤੁਗਲਕ ਵੰਸ਼ ਆ ਗਿਆ, ਤਾਂ ਇਹ ਰਿਹਾ ਸੀਗਾ 1320 ਤੋਂ 1414 ਤੱਕ। ਅੱਗੇ ਸੈਯਦ ਵੰਸ਼ ਆ ਗਿਆ, ਤਾਂ ਇਹ ਰਿਹਾ ਸੀਗਾ ਜੀ 1414 ਤੋਂ 1451 ਤੱਕ। ਅੱਗੇ ਲੋਧੀ ਵੰਸ਼ ਆ ਗਿਆ, ਇਹ ਰਿਹਾ ਸੀਗਾ 1451 ਤੋਂ 1526 ਤੱਕ। ਸੋ ਕੰਟੀਨਿਊ ਇਹ ਵੰਸ਼ ਜਿਹੜੇ ਚੱਲਦੇ ਰਹੇ, ਪਰ ਆਪਸ਼ਨਾਂ ਨੇ ਅਤੇ ਈਅਰਸ ਨੇ ਉੱਤੇ ਹੇਠਾਂ ਕੀਤੇ ਹੋਏ ਹੈ। ਤਾਂ ਨੀਚੇ ਸਾਰਨੀ ਦੇ ਹਿਸਾਬ ਨਾਲ ਆਪਸ਼ਨ ਆੜਾ ਜਿਹੜਾ ਆਪਣਾ ਰਾਈਟ ਆਨਸਰ ਆਏਗਾ। ਸੋ ਇਸ ਤਰ੍ਹਾਂ ਕੁਐਸਚਨ ਪੁੱਛਿਆ ਜਾ ਸਕਦਾ ਹੈ ਅਤੇ ਇਕੱਲਾ ਇਕੱਲਾ ਕਰਕੇ ਕੁਐਸਚਨ ਜਿਹੜਾ ਤੁਹਾਨੂੰ ਉਹ ਵੀ ਪੁੱਛਿਆ ਜਾ ਸਕਦਾ ਹੈ। ਅੱਗੇ ਸਹੀ ਕ੍ਰਮ ਚੁਣਨਾ ਹੈ। ਸੋ ਇਸੇ ਤਰ੍ਹਾਂ ਪਹਿਲਾਂ ਇਹ ਸਾਰੇ ਵੰਸ਼ ਸੀ ਜਿਹੜੇ ਸਾਰਨੀ ਦੇ ਵਿੱਚ ਦਿੱਤੇ ਗਏ ਸੀ, ਤਾਂ ਹੁਣ ਇਹ ਕ੍ਰਮ ਵਾਈਜ਼ ਨੇ, ਕਿਹੜਾ ਇਹਦੇ ਵਿੱਚੋਂ ਸਹੀ ਆਏਗਾ? ਤਾਂ ਇਹਦੇ ਵਿੱਚ ਜਿਹੜਾ ਆਪਸ਼ਨ ਆੜਾ, ਪਹਿਲਾ ਦਾਸ ਵੰਸ਼, ਫਿਰ ਖਿਲਜੀ, ਫਿਰ ਤੁਗਲਕ, ਫਿਰ ਸੈਯਦ ਅਤੇ ਫਿਰ ਲੋਧੀ। ਸੋ ਦਾਸ ਤੇ ਖਿਲਜੀ ਜਿੱਥੇ ਦੋਨੋਂ ਇਕੱਠੇ ਆ ਗਏ ਤਾਂ ਉਹ ਤੁਸੀਂ ਟਿਕ ਲਗਾ ਦਿਓ। ਇਸ ਤਰ੍ਹਾਂ ਤੁਸੀਂ ਯਾਦ ਰੱਖ ਸਕਦੇ ਹੋ, ਦਾਸ ਖਿਲਜੀ ਇਹ ਦੋਨੋਂ ਇਕੱਠੇ ਨੇ, ਦਾਸ ਵੰਸ਼ ਅਤੇ ਖਿਲਜੀ ਵੰਸ਼। ਤਾਂ ਆਪਸ਼ਨ ਆੜਾ ਜਿਹੜਾ ਸਾਡਾ ਰਾਈਟ ਆਨਸਰ ਆਏਗਾ। ਅੱਗੇ ਦਾਸ ਵੰਸ਼ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਨੇ। ਦਾਸ ਵੰਸ਼ ਦਾ ਮੋਢੀ ਕੌਣ ਸੀ? ਇਲਤੁਤਮਿਸ, ਮੁਹੰਮਦ ਗੌਰੀ, ਕੁਤਬਦੀਨ ਐਬਕ ਜਾਂ ਫਿਰ ਅਲਾਉਦੀਨ ਖਿਲਜੀ। ਤਾਂ ਦਾਸ ਵੰਸ਼ ਦਾ ਜਿਹੜਾ ਮੋਢੀ ਸੀ ਕੁਤਬਦੀਨ ਐਬਕ ਸੀਗਾ। ਆਪਸ਼ਨ ਏ ਡੀ ਰਾਈਟ ਆਨਸਰ ਆਏਗਾ। ਕੁਤਬਦੀਨ ਐਬਕ ਕਿਸ ਦਾ ਦਾਸ ਸੀਗਾ ਜਿਹੜਾ ਬਾਅਦ ਦੇ ਵਿੱਚ ਦਾਸ ਵੰਸ਼ ਦਾ ਮੋਢੀ ਬਣਿਆ ਸੀ? ਤਾਂ ਇਸ ਤੋਂ ਪਹਿਲਾਂ ਇਹ ਕਿਸ ਦਾ ਦਾਸ ਸੀਗਾ? ਮੁਹੰਮਦ ਗੌਰੀ ਦਾ, ਮਹਿਮੂਦ ਗਜਨਵੀ ਦਾ, ਇਲਤੁਤਮਿਸ ਦਾ ਜਾਂ ਮੁਹੰਮਦ ਬਿਨ ਕਾਸਿਮ ਦਾ।
ਤਾਂ ਕੁਤਬਦੀਨ ਐਬਕ ਸੀ ਜਿਹੜਾ ਮੁਹੰਮਦ ਗੌਰੀ ਦਾ ਦਾਸ ਸੀਗਾ ਅਤੇ ਬਾਅਦ ਦੇ ਵਿੱਚ ਇਹ ਦਾਸ ਵੰਸ਼ ਦਾ ਮੋਢੀ ਬਣ ਗਿਆ ਸੀ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਲੱਖ ਬਖਸ਼ ਜਾਂ ਲਾਖ ਬਖਸ਼ ਦਾ ਖਿਤਾਬ ਕਿਸ ਨੂੰ ਦਿੱਤਾ ਜਾਂਦਾ ਹੈ ਜਾਂ ਲਾਖ ਬਖਸ਼ ਕਿਸ ਨੂੰ ਕਿਹਾ ਜਾਂਦਾ ਹੈ। ਸੋ ਇਹ ਕੁਐਸਚਨ ਕਾਫੀ ਵਾਰ ਐਗਜ਼ਾਮ ਦੇ ਵਿੱਚ ਆਇਆ ਹੈ। ਇਲਤੁਤਮਿਸ ਨੂੰ, ਮੁਹੰਮਦ ਗੌਰੀ ਨੂੰ, ਕੁਤਬਦੀਨ ਐਬਕ ਨੂੰ ਜਾਂ ਮਹਿਮੂਦ ਗਜਨਵੀ ਨੂੰ। ਤਾਂ ਲਾਖ ਬਖਸ਼ ਹੈ ਜਿਹੜਾ ਕੁਤਬਦੀਨ ਐਬਕ ਨੂੰ ਕਿਹਾ ਜਾਂਦਾ ਹੈ। ਇਹ ਖਿਤਾਬ ਹੈ ਜਿਹੜਾ ਕੁਤਬਦੀਨ ਐਬਕ ਨੂੰ ਦਿੱਤਾ ਗਿਆ ਹੈ। ਆਪਸ਼ਨ ਈ ਡੀ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਕੁਤਬਦੀਨ ਐਬਕ ਨੂੰ ਨਿਸਪੁਰ ਦੇ ਦਾਸ ਬਾਜ਼ਾਰ ਵਿੱਚੋਂ ਕਿਸ ਨੇ ਖਰੀਦਿਆ ਸੀ। ਕਾਜੀ ਫਕਰੁਦੀਨ, ਕਾਜੀ ਰੁਕਨਦੀਨ, ਕਾਜੀ ਕੁਤਬਦੀਨ ਜਾਂ ਇਲਤੁਤਮਿਸ ਨੇ। ਤਾਂ ਕੁਤਬਦੀਨ ਐਬਕ ਜੋ ਦਾਸ ਵੰਸ਼ ਦਾ ਮੋਢੀ ਸੀਗਾ, ਮੁਹੰਮਦ ਗੌਰੀ ਦਾ ਦਾਸ ਸੀ, ਤਾਂ ਇਸ ਨੂੰ ਨਿਸਪੁਰ ਦੇ ਦਾਸ ਬਾਜ਼ਾਰ ਦੇ ਵਿੱਚੋਂ ਜਿਹੜਾ ਕਾਜੀ ਫਕਰੁਦੀਨ ਨੇ ਖਰੀਦਿਆ ਸੀ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਗਜਨੀ ਤੋਂ ਕੁਤਬਦੀਨ ਐਬਕ ਨੂੰ ਕਿਸ ਨੇ ਖਰੀਦਿਆ ਸੀ। ਤਾਂ ਅੱਗੇ ਤੋਂ ਅੱਗੇ ਕਿਸ ਨੇ ਖਰੀਦ ਲਿਆ ਸੀ। ਮਹਿਮੂਦ ਗਜਨਵੀ, ਮੁਹੰਮਦ ਗੌਰੀ, ਮੁਹੰਮਦ ਬਿਨ ਤੁਗਲਕ ਜਾਂ ਇਲਤੁਤਮਿਸ ਨੇ। ਤਾਂ ਗਜਨੀ ਤੋਂ ਕੁਤਬਦੀਨ ਐਬਕ ਨੂੰ ਜਿਹੜਾ ਮੁਹੰਮਦ ਗੌਰੀ ਨੇ ਖਰੀਦਿਆ ਸੀ। ਆਪਸ਼ਨ ਆੜਾ ਰਾਈਟ ਆਨਸਰ ਆਏਗਾ। ਦਾਸ ਵੰਸ਼ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ। ਮਮਲੂਕ ਵੰਸ਼, ਸੈਯਦ ਵੰਸ਼, ਲੋਧੀ ਵੰਸ਼ ਜਾਂ ਫਿਰ ਤੁਗਲਕ ਵੰਸ਼। ਤਾਂ ਜਿਹੜਾ ਦਾਸ ਵੰਸ਼ ਸੀ ਜਿਹਦਾ ਕੁਤਬਦੀਨ ਐਬਕ ਮੋਢੀ ਸੀ, ਤਾਂ ਇਸ ਨੂੰ ਜਿਹੜਾ ਹੋਰ ਨਾਮ ਹੈ ਮਮਲੂਕ ਵੰਸ਼ ਦੇ ਨਾਲ ਜਾਣਿਆ ਜਾਂਦਾ ਹੈ। ਕਨਫਿਊਜ਼ ਕਰਨ ਵਾਸਤੇ ਹੋ ਸਕਦਾ ਹੈ ਤੁਹਾਨੂੰ ਇਹ ਸ਼ਬਦ ਜਿਹੜਾ ਐਡ ਕਰ ਦਿੱਤਾ ਜਾਵੇ ਕਿ ਮਮਲੂਕ ਵੰਸ਼ ਦਾ ਮੋਢੀ ਕੌਣ ਸੀਗਾ ਜਾਂ ਕੁਤਬਦੀਨ ਐਬਕ ਕਿਹੜੇ ਵੰਸ਼ ਨਾਲ ਸੰਬੰਧਿਤ ਸੀਗਾ। ਨੀਚੇ ਆਪਸ਼ਨਾਂ ਦੇ ਵਿੱਚ ਮਮਲੂਕ ਵੰਸ਼ ਦੇ ਦਿੱਤਾ ਜਾਵੇ, ਪਰ ਤੁਸੀਂ ਕਨਫਿਊਜ਼ ਹੋ ਜਾਓਗੇ। ਇਹ ਜ਼ਰੂਰ ਧਿਆਨ ਦੇ ਵਿੱਚ ਰੱਖਿਓ। ਦਾਸ ਵੰਸ਼ ਨੂੰ ਜਿਹੜਾ ਹੋਰ ਨਾਮ ਸੀ ਜਿਹੜਾ ਮਮਲੂਕ ਵੰਸ਼ ਸੀਗਾ, ਇਸ ਨਾਮ ਨਾਲ ਜਾਣਿਆ ਜਾਂਦਾ ਸੀ। ਅਗਲਾ ਪ੍ਰਸ਼ਨ ਹੈ ਕੁਤਬਦੀਨ ਐਬਕ ਦੀ ਮੌਤ 1210 ਦੇ ਵਿੱਚ ਕਿਸ ਤਰ੍ਹਾਂ ਹੋਈ ਸੀ। ਇਹਦੇ ਵਿੱਚ ਹੀ ਦੋ ਕੁਐਸਚਨ ਬਣਦੇ ਆ। ਕੁਤਬਦੀਨ ਦੀ ਐਬਕ ਦੀ ਮੌਤ ਜਿਹੜੀ ਕਦੋਂ ਹੋਈ ਸੀ 1210 ਦੇ ਵਿੱਚ, ਕਿਸ ਤਰ੍ਹਾਂ ਇਸ ਦੀ ਮੌਤ ਹੋਈ ਸੀ। ਲਾਇਬ੍ਰੇਰੀ ਦੀਆਂ ਪੌੜੀਆਂ ਤੋਂ ਡਿੱਗ ਕੇ, ਪੋਲੋ ਜਾਂ ਚੁਗਾਨ ਖੇਡਦੇ ਹੋਏ, ਜ਼ਹਿਰ ਦੇ ਦੁਆਰਾ ਜਾਂ ਖੋਖਰਾਂ ਦੇ ਹਮਲੇ ਦੇ ਦੁਆਰਾ। ਸੋ ਇਹਨਾਂ ਦੀ ਮੌਤ ਸੀ ਜਿਹੜੀ ਪੋਲੋ ਖੇਡਦੇ ਹੋਈ ਸੀ, ਚੁਗਾਨ ਖੇਡਦੇ ਕੁਤਬਦੀਨ ਐਬਕ ਦੀ। ਤਾਂ ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਸੋ ਦੋਸਤੋ ਅਗਲੇ ਭਾਗ ਦੇ ਵਿੱਚ ਅਗਲੇ ਟੌਪਿਕ 'ਤੇ ਬਣਦੇ ਪ੍ਰਸ਼ਨ ਉੱਤਰ ਸੀਗੇ। ਸੋ ਮੁਹੰਮਦ ਗੌਰੀ ਦਾ ਟੌਪਿਕ ਹੈ ਜਿਹੜਾ ਆਪਣਾ ਕੰਪਲੀਟ ਹੋ ਗਿਆ ਸੀਗਾ। ਸੋ ਨਾਲ ਹੀ ਕੁਝ ਪ੍ਰਸ਼ਨ ਨੇ ਜਿਹੜੇ ਦਾਸ ਵੰਸ਼ ਦੇ ਨੇ ਅਤੇ ਕੰਟੀਨਿਊ ਇਸੇ ਨਾਲ ਸੰਬੰਧਿਤ MCQ ਪ੍ਰਸ਼ਨ ਉੱਤਰ ਤੁਹਾਨੂੰ ਪ੍ਰੋਵਾਈਡ ਕਰਦੇ ਰਹਾਂਗੇ। ਸੋ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਬਾਕੀ ਡੇਲੀ ਆਪਣੀ ਕਲਾਸ ਦਾ ਟਾਈਮ ਜਿਹੜਾ 3 ਵਜੇ ਹੁੰਦਾ ਹੈ। ਹਰ ਰੋਜ਼ ਕਲਾਸ ਤੁਹਾਡੇ ਲਈ ਲੈ ਕੇ ਆਉਂਦੇ ਹਾਂ। ਬਾਕੀ ਅੱਗੇ ਜੋ ਵੀ ਵੈਕੈਂਸੀ ਨਾਲ ਸੰਬੰਧਿਤ ਜਾਂ ਹੋਰ ਐਜੂਕੇਸ਼ਨ ਨਾਲ ਸੰਬੰਧਿਤ ਅਪਡੇਟ ਆਉਂਦੀ ਹੈ, ਉਹ ਨਾਲ ਦੀ ਨਾਲ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਹਾਂ। ਸੋ ਚੈਨਲ ਨਾਲ ਜੁੜੇ ਰਹੋ, ਸਬਸਕ੍ਰਾਈਬ ਤੇ ਬੈਲ ਆਈਕਨ ਨਾਲ ਤੇ ਪ੍ਰੈਸ ਕਰਕੇ ਰੱਖਿਓ ਤਾਂ ਤੁਹਾਨੂੰ ਡੇਲੀ ਅਪਡੇਟ ਸਮੇਂ ਸਿਰ ਮਿਲਦੀ ਰਹੇ। ਸੋ ਮਿਲਦੇ ਹਾਂ ਜੀ ਅਗਲੇ ਨਵੇਂ ਪ੍ਰਸ਼ਨਾਂ ਨਾਲ ਅਗਲੇ ਨਵੇਂ ਭਾਗ ਦੇ ਵਿੱਚ। ਉਦੋਂ ਤੱਕ ਲਈ ਧੰਨਵਾਦ।